Good evening, students. Myself Jatin Bansal. Today we will discuss part 2 of motion and force chapter. ਤੁਹਾਨੂੰ ਪਤਾ ਹੀ ਹੈ ETT ਸੈਕਿੰਡ ਐਗਜ਼ਾਮ ਦੇ ਲਈ ਜਰਨਲ ਸਾਇੰਸ ਬਹੁਤ ਇੰਪੋਰਟੈਂਟ ਹੈ। ਹਰ ਇੱਕ ਚੈਪਟਰ ਸਾਇੰਸ ਦਾ ਬਹੁਤ ਇੰਪੋਰਟੈਂਟ ਹੁੰਦਾ ਹੈ ETT ਦੇ ਲਈ, ਕਿਉਂਕਿ ਮੋਸਟ ਆਫ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਆਰਟਸ ਫੀਲਡ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨੂੰ ਇੰਨੀ ਜਰਨਲ ਸਾਇੰਸ ਨਹੀਂ ਆਉਂਦੀ ਹੈਗੀ। ਤਾਂ ਜਿਹੜਾ ਵੀ ਸਟੂਡੈਂਟ ਜਰਨਲ ਸਾਇੰਸ ਨੂੰ ਮਤਲਬ ਅੱਛਾ ਸਕੋਰ ਕਰ ਜਾਏਗਾ ਤਾਂ ਉਸਦਾ ਅੱਛਾ ਰੈਂਕ ਆਉਣ ਦੀ ਪੂਰੀ ਆਸ ਹੋਊਗੀ। ਤਾਂ ਮੈਂ ਬਹੁਤ ਅੱਛੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਰਿਹਾ, ਤਾਂ ਅੱਗੇ ਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ, ਕਿਉਂਕਿ ETT ਦੇ ਸਟੂਡੈਂਟਸ ਲਵੇ ਵੀਡੀਓ ਬਹੁਤ ਘੱਟ ਪਹੁੰਚ ਰਹੀ ਹੈ। ਪਲੀਜ਼ ਜ਼ਿਆਦਾ ਸ਼ੇਅਰ ਕਰ ਦਿਆ ਕਰੋ ਵੀਡੀਓਜ਼ ਨੂੰ ਵੀ, ਤਾਂ ਜੋ ਉਹਨਾਂ ਨੂੰ ਇੱਕ ਅੱਛੀ ਵੀਡੀਓਜ਼ ਮਿਲ ਸਕਣ ਅਤੇ ਉਹ ਵੀ ਆਪਣਾ ਐਗਜ਼ਾਮ ਅੱਛੇ ਲੈਵਲ 'ਤੇ ਦੇ ਸਕਣ। ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ। ਪਾਰਟ ਸੈਕਿੰਡ ਹੈ। ਪਾਰਟ 1 ਆਪਾਂ ਨੇ ਐਕਸਪਲੇਨ ਕੀਤਾ ਹੋਇਆ ਹੈਗਾ, ਤੁਸੀਂ ਵੀਡੀਓਜ਼ ਦੀ ਪਲੇਲਿਸਟ ਜਾ ਕੇ ਦੇਖ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਚੈਪਟਰ ਲਾਈਟ ਪੂਰਾ ਐਕਸਪਲੇਨ ਕੀਤਾ ਹੋਇਆ, ਸਾਊਂਡ ਚੈਪਟਰ ਐਕਸਪਲੇਨ ਕੀਤਾ ਹੋਇਆ ਹੈਗਾ, ਕਲਰਫੁਲ ਆਈਜ਼ ਵਾਲਾ ਕੀਤਾ ਹੋਇਆ ਐਕਸਪਲੇਨ, ਵਿਟਾਮਿਨਸ ਦਾ ਚੈਪਟਰ ਐਕਸਪਲੇਨ ਕੀਤਾ ਹੋਇਆ ਹੈਗਾ। ਤਾਂ ਤੁਸੀਂ ਪਹਿਲਾਂ ਉਹ ਵੀ ਚੈਪਟਰ ਦੇਖ ਸਕਦੇ ਹੋ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਿਹਾ ਕਰੋ। ਹਾਂਜੀ, ਤਾਂ ਪਹਿਲਾਂ ਆਪਾਂ ਨੇ ਡਿਸਟੈਂਸ ਅਤੇ ਡਿਸਪਲੇਸਮੈਂਟ ਕੀਤਾ ਸੀਗਾ ਆਪਾਂ ਨੇ। ਤਾਂ ਆਪਾਂ ਨੇ ਦੇਖਿਆ ਡਿਸਟੈਂਸ ਕਿ ਇੱਕ ਜਸਟ ਲੈਂਥ ਹੈਗੀ ਹੈ, ਜਿੰਨਾ ਕੁ ਆਪਾਂ ਕਵਰ ਕਰਦੇ ਹੈਗੇ ਆ, ਕੁਛ ਵੀ ਆਪਾਂ ਚੱਲ ਕੇ ਕਿਤੇ ਵੀ ਗਏ ਹੋ ਕਿ ਇੱਕ ਜਸਟ ਲਾਈਕ ਆ ਡਿਸਟੈਂਸ ਹੁੰਦਾ। ਤਾਂ ਡਿਸਟੈਂਸ ਆਪਣੀ ਸਕੇਲਰ ਸੀਗੀ। ਡਿਸਪਲੇਸਮੈਂਟ ਕੀ ਹੈਗਾ, ਮਤਲਬ ਇਨੀਸ਼ੀਅਲ ਪੁਆਇੰਟ ਤੋਂ ਫਾਈਨਲ ਪੁਆਇੰਟ ਦੇ ਵਿਚਕਾਰ ਜਿੰਨੀ ਕੁ ਲੈਂਥ ਹੈਗੀ ਉਸ ਨੂੰ ਆਪਾਂ ਕੀ ਬੋਲਦੇ ਨੇ, ਡਿਸਪਲੇਸਮੈਂਟ। ਡਿਸਪਲੇਸਮੈਂਟ ਵੈਕਟਰ ਕੁਆਂਟਿਟੀ ਹੁੰਦੀ ਹੈ। ਤਾਂ ਸਪੀਡ ਦੀ ਗੱਲ ਕਰੀਏ, ਸਪੀਡ ਕੀ ਹੈ, ਹੁਣ ਦੇਖੋ ਸਪੀਡ ਇਜ਼ ਦੀ ਰੇਟ ਆਫ ਡਿਸਟੈਂਸ ਟਰੈਵਲਡ। ਤਾਂ ਰੇਟ ਕਿੰਨੀ ਕੁ ਹੈਗਾ ਡਿਸਟੈਂਸ, ਮਤਲਬ ਕਿੰਨਾ ਡਿਸਟੈਂਸ ਕਿੰਨੇ ਸਮੇਂ ਦੇ ਵਿੱਚ ਕਵਰ ਹੋ ਰਿਹਾ ਹੈ, ਤਾਂ ਉਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਸਪੀਡ ਬੋਲ ਦਿੰਦੇ ਹਾਂ। ਤਾਂ ਇਟ ਇਜ਼ ਦੀ ਰੇਸ਼ੀਓ ਆਫ ਡਿਸਟੈਂਸ ਟਰੈਵਲ ਟੂ ਦੀ ਟਾਈਮ ਟੇਕਨ ਟੂ ਕਵਰ ਦੈਟ ਡਿਸਟੈਂਸ। ਮਤਲਬ ਇੱਕ ਪਰਟੀਕੂਲਰ ਡਿਸਟੈਂਸ ਕਿੰਨੇ ਸਮੇਂ ਦੇ ਵਿੱਚ ਕਵਰ ਹੋਇਆ, ਜੇ ਆਪਾਂ ਇਹਨਾਂ ਨੂੰ ਦੋਹਾਂ ਨੂੰ ਡਿਵਾਈਡ ਕਰ ਦਈਏ ਤਾਂ ਆਪਣੇ ਲਵੇ ਕੀ ਆ ਜੂਗੀ, ਸਪੀਡ ਆ ਜੂਗੀ। ਤਾਂ ਤੁਹਾਨੂੰ ਪਤਾ ਜਿਹੜੀ ਸਪੀਡ ਹੁੰਦੀ ਹੈ ਸਕੇਲਰ ਕੁਆਂਟਿਟੀ ਹੈ, ਮਤਲਬ ਆਪਾਂ ਸਿੰਪਲ ਹਾਂ ਵੀ ਕਿੰਨੀ ਸਪੀਡ ਹੈਗੀ ਹੈ। ਤਾਂ ਕਹਿੰਦਾ 50 ਦੀ ਸਪੀਡ 'ਤੇ ਚੱਲ ਰਿਹਾ ਬਾਈਕ, 60 ਦੀ ਸਪੀਡ 'ਤੇ। ਆਪਾਂ ਡਾਇਰੈਕਸ਼ਨ ਤਾਂ ਨਹੀਂ ਪੁੱਛੀ ਨਾ ਹੈਗੀ, ਸਪੀਡ ਕਿੰਨੇ ਦੀ ਹੈਗੀ, ਤਾਂ ਸਪੀਡ ਦੇ ਨਾਲ ਡਾਇਰੈਕਸ਼ਨ ਨਹੀਂ ਆਉਂਦੀ ਹੁੰਦੀ। ਓਕੇ, ਤਾਂ SI ਯੂਨਿਟ ਕੀ ਹੈਗਾ ਇਸਦੀ, ਮੀਟਰ ਪਰ ਸੈਕਿੰਡ, ਕਿਉਂਕਿ ਡਿਸਟੈਂਸ ਹੈ ਜਿਹੜਾ ਮੀਟਰ ਦੇ ਵਿੱਚ ਮੇਜ਼ਰ ਹੁੰਦਾ, ਟਾਈਮ ਆਪਣਾ ਸੈਕਿੰਡ ਦੇ ਵਿੱਚ। ਤਾਂ ਸੈਕਿੰਡ ਨੀਚੇ ਹੋਣ ਕਰਕੇ ਮੀਟਰ ਪਰ ਸੈਕਿੰਡ ਆਪਾਂ ਇਸ ਤਰੀਕੇ ਨਾਲ ਲਿਖ ਦਿੰਦੇ ਹੁੰਦੇ ਹਾਂ। ਓਕੇ, ਤਾਂ ਬਹੁਤ ਹੀ ਅੱਛਾ ਸਪੀਡ ਹੈਗਾ, ਟਾਈਮ ਸਪੀਡ ਐਂਡ ਡਿਸਟੈਂਸ ਮੈਥਮੈਟਿਕਸ ਦਾ ਟੌਪਿਕ। ਤਾਂ ਉਹਦੇ 'ਚ ਤੁਸੀਂ ਸਪੀਡ ਇਜ਼ ਇਕੁਅਲ ਡਿਸਟੈਂਸ ਅਪੋਨ ਟਾਈਮ ਬਹੁਤ ਵਾਰੀ ਯੂਜ਼ ਕੀਤਾ ਹੋਊਗਾ। ਠੀਕ ਹੈ ਡੀਅਰ। ਤਾਂ ਉਸ ਤੋਂ ਬਾਅਦ ਐਵਰੇਜ ਸਪੀਡ ਕੀ ਹੁੰਦੀ ਹੈ, ਬੇਸਿਕਲੀ ਐਵਰੇਜ ਸਪੀਡ ਇਟ ਇਜ਼ ਦੀ ਰੇਸ਼ੀਓ ਆਫ ਟੋਟਲ ਡਿਸਟੈਂਸ ਟੂ ਦੀ ਟੋਟਲ ਟਾਈਮ ਟੇਕਨ। ਤਾਂ ਐਵਰੇਜ ਸਪੀਡ ਕੀ ਹੋਏਗੀ, ਜਿੰਨਾ ਕੁ ਡਿਸਟੈਂਸ ਤੁਸੀਂ ਕਵਰ ਕਰ ਰਹੇ ਹੋ ਉਹਦਾ ਸਮ, ਅਤੇ ਉਸ ਤੋਂ ਬਾਅਦ ਉਹਨੂੰ ਕਿੰਨਾ ਟਾਈਮ ਲੱਗਿਆ, ਟੋਟਲ ਟਾਈਮ। ਤਾਂ ਉਹੀ ਡਿਸਟੈਂਸ ਅਪੋਨ ਟਾਈਮ ਹੀ ਹੈ, ਬਸ ਟੋਟਲ ਨਾਲ ਲੱਗ ਗਿਆ ਤਾਂ ਤੁਹਾਡੇ ਕੋਲ ਕੀ ਆ ਜੂਗੀ, ਐਵਰੇਜ ਸਪੀਡ ਆ ਜਾਏਗੀ। ਓਕੇ, ਤਾਂ ਨੈਕਸਟ ਹੈਗਾ ਆਪਣੇ ਕੋਲ ਯੂਨੀਫਾਰਮ ਸਪੀਡ। ਤਾਂ ਯੂਨੀਫਾਰਮ ਸਪੀਡ ਕੀ ਹੈ, ਆ ਪਾਰਟੀਕਲ ਇਜ਼ ਸੈਟ ਟੂ ਬੀ ਮੂਵਿੰਗ ਇਨ ਯੂਨੀਫਾਰਮ ਸਪੀਡ ਇਫ ਇਕੁਅਲ ਡਿਸਟੈਂਸ ਆਰ ਕਵਰਡ ਇਨ ਇਕੁਅਲ ਇੰਟਰਵੈਲ ਆਫ ਟਾਈਮ। ਜੇਕਰ ਇਕੁਅਲ ਡਿਸਟੈਂਸ ਕਵਰ ਹੁੰਦਾ ਹੈ ਇਕੁਅਲ ਇੰਟਰਵੈਲ ਆਫ ਟਾਈਮ ਦੇ ਵਿੱਚ, ਤਾਂ ਉਹਨੂੰ ਤੁਸੀਂ ਕਹਿ ਦਿੰਦੇ ਹੋ ਵੀ ਕਾਰ ਇੱਕ ਯੂਨੀਫਾਰਮ ਸਪੀਡ 'ਤੇ ਚੱਲ ਰਹੀ ਹੈਗਾ। ਫੋਰ ਐਗਜ਼ਾਮਪਲ ਮੰਨ ਕੇ ਚੱਲੋ ਇੱਕ ਪਰਸਨ ਨੇ A ਪੁਆਇੰਟ ਤੋਂ B ਪੁਆਇੰਟ 'ਤੇ ਜਾਣਾ ਹੈਗਾ। ਓਕੇ, ਤਾਂ ਉਹਨੇ ਸਭ ਤੋਂ ਪਹਿਲਾਂ 10 ਕਿਲੋਮੀਟਰ ਕਵਰ ਕੀਤਾ ਹੈਗਾ ਆਪਣੇ 10 ਮਿੰਟਸ ਦੇ ਵਿੱਚ। ਉਸ ਤੋਂ ਅਗਲੇ ਵੀ 10 ਕਿਲੋਮੀਟਰ ਦਾ ਡਿਸਟੈਂਸ 10 ਮਿੰਟਸ ਵਿੱਚ ਕਵਰ ਕੀਤਾ। ਨੈਕਸਟ ਵੀ 10 ਕਿਲੋਮੀਟਰ ਦਾ ਡਿਸਟੈਂਸ 10 ਮਿੰਟਸ ਦੇ ਵਿੱਚ ਕਵਰ ਕੀਤਾ। ਮਤਲਬ ਇਕੁਅਲ ਡਿਸਟੈਂਸ ਕਵਰ ਹੋ ਰਿਹਾ ਇਕੁਅਲ ਟਾਈਮ ਇੰਟਰਵੈਲ ਦੇ ਵਿੱਚ। ਤਾਂ ਇਸ ਨੂੰ ਤੁਸੀਂ ਕੀ ਕਹੋਗੇ, ਯੂਨੀਫਾਰਮ ਸਪੀਡ ਕਹਾਂਗੇ ਆਪਾਂ। ਓਕੇ, ਨੈਕਸਟ ਹਾਂਜੀ, ਵੇਰੀਏਬਲ ਸਪੀਡ ਕੀ ਹੁੰਦੀ ਹੈ, a body has a variable speed if it does not cover equal distance in equal interval of time। ਜੇਕਰ ਮਤਲਬ ਇਕੁਅਲ ਡਿਸਟੈਂਸ ਕਵਰ ਨਹੀਂ ਹੁੰਦਾ ਇਕੁਅਲ ਇੰਟਰਵੈਲ ਆਫ ਟਾਈਮ ਦੇ, ਤਾਂ ਸਪੀਡ ਕੀ ਹੋ ਜੂਗੀ, ਵੇਰੀਏਬਲ ਹੋ ਜੂਗੀ। ਮਤਲਬ ਮੰਨ ਕੇ ਚੱਲੋ ਆਪਣਾ A ਤੋਂ B ਪੁਆਇੰਟ ਪਰਸਨ ਜਾ ਰਿਹਾ, ਪਹਿਲਾਂ 10 ਮਿੰਟ ਦੇ ਵਿੱਚ ਅਗਲੇ ਨੇ 10 ਕਿਲੋਮੀਟਰ ਕਵਰ ਕੀਤਾ ਹੈਗਾ। ਨੈਕਸਟ 10 ਮਿੰਟਸ ਦੇ ਵਿੱਚ ਉਹਨੇ 5 ਕਿਲੋਮੀਟਰ ਕਵਰ ਕੀਤਾ ਹੈਗਾ। ਤਾਂ ਮਤਲਬ ਸਪੀਡ ਦਾ ਡਿਫਰੈਂਸ ਆ ਜਾਏਗਾ ਨਾ, ਸਪੀਡ ਚੇਂਜ ਹੋ ਰਹੀ ਹੈ। ਤਾਂ ਇਸ ਨੂੰ ਕੀ ਕਹੋਗੇ, ਵੇਰੀਏਬਲ ਸਪੀਡ ਕਹੋਗੇ। ਮਤਲਬ ਜੇ ਇਕੁਅਲ ਇੰਟਰਵੈਲ ਆਫ ਟਾਈਮ ਦੇ ਵਿੱਚ ਡਿਸਟੈਂਸ ਇਕੁਅਲ ਕਵਰ ਨਹੀਂ ਹੋ ਰਿਹਾ ਤਾਂ ਇਸ ਨੂੰ ਤੁਸੀਂ ਕੀ ਕਹੋਗੇ, ਵੇਰੀਏਬਲ ਸਪੀਡ ਕਹਾਂਗੇ ਆਪਾਂ। ਓਕੇ, ਤਾਂ ਤੁਹਾਨੂੰ ਪਤਾ ਸਪੀਡ ਕੀ ਆਪਣੀ ਇੱਕ ਸਕੇਲਰ ਕੁਆਂਟਿਟੀ ਹੈਗੀ ਹੈ। ਠੀਕ ਹੈ, ਨੈਕਸਟ
ਹੁਣ ਆਪਾਂ ਗੱਲ ਕਰਦੇ ਆ ਵੈਲੋਸਿਟੀ। ਤਾਂ ਵੈਲੋਸਿਟੀ ਕੁਝ ਵੀ ਨਹੀਂ ਹੈਗੀ, ਇਹ ਇੱਕ ਤਰ੍ਹਾਂ ਦੀ ਸਪੀਡ ਹੀ ਹੈ। ਤਾਂ ਬਸ ਸਪੀਡ ਆਪਣੀ ਸਕੇਲਰ ਹੈ, ਵੈਲੋਸਿਟੀ ਕੀ ਹੁੰਦੀ ਹੈ, ਵੈਕਟਰ ਹੁੰਦੀ ਹੈ। ਓਕੇ, ਤਾਂ ਵੈਲੋਸਿਟੀ ਇਜ਼ ਆ ਰੇਸ਼ੀਓ ਆਫ ਡਿਸਪਲੇਸਮੈਂਟ ਟੂ ਦੀ ਟਾਈਮ ਇੰਟਰਵਲ ਡਿਊਰਿੰਗ ਵਿਚ ਦੀ ਡਿਸਪਲੇਸਮੈਂਟ ਹੈਜ਼ ਅਕਰਡ ਤਾਂ ਇਜ਼ ਕਾਲਡ ਵੈਲੋਸਿਟੀ। ਤਾਂ ਵੈਲੋਸਿਟੀ ਕੀ ਹੈ, ਡਿਸਪਲੇਸਮੈਂਟ ਅਪੋਨ ਟਾਈਮ। ਤਾਂ ਤੁਹਾਨੂੰ ਡਿਸਪਲੇਸਮੈਂਟ ਵੀ ਇੱਕ ਤਰ੍ਹਾਂ ਦਾ ਡਿਸਟੈਂਸ ਹੀ ਹੈ, ਬਟ ਡਿਸਪਲੇਸਮੈਂਟ ਇੱਕ ਕੀ ਹੈ, ਵੈਕਟਰ ਕੁਆਂਟੀਟੀ ਹੈਗੀ। ਤਾਂ ਡਿਸਪਲੇਸਮੈਂਟ ਅਪੋਨ ਟਾਈਮ ਨੂੰ ਆਪਾਂ ਕੀ ਬੋਲ ਦਿੰਦੇ ਆ, ਵੈਲੋਸਿਟੀ ਬੋਲ ਦਿੰਦੇ ਆ। ਤਾਂ ਜਿਹੜੀ ਵੈਲੋਸਿਟੀ ਆ ਉਹ ਇੱਕ ਵੈਕਟਰ ਕੁਆਂਟੀਟੀ ਹੈਗੀ ਹੈ। ਐਸਆਈ ਯੂਨਿਟ ਤਾਂ ਸੇਮ ਹੀ ਰਹਿਣਗੇ, ਕਿਉਂਕਿ ਡਿਸਪਲੇਸਮੈਂਟ ਮੀਟਰ ਦੇ ਵਿੱਚ ਹੁੰਦਾ, ਟਾਈਮ ਆਪਣਾ ਸੈਕਿੰਡ ਦੇ ਵਿੱਚ, ਤਾਂ ਮੀਟਰ ਪਰ ਸੈਕਿੰਡ ਇਸ ਦੇ ਯੂਨਿਟ ਰਹਿਣਗੇ। ਤੇ ਇਸ ਦੀ ਵੈਲਿਊ ਜਿਹੜੀ ਵੈਲੋਸਿਟੀ ਆਪਣੀ ਪੋਜ਼ਿਟਿਵ ਵੀ ਹੋ ਸਕਦੀ ਹੈ, ਜ਼ੀਰੋ ਵੀ ਹੋ ਸਕਦੀ ਹੈ, ਨੈਗੇਟਿਵ ਵੀ, ਕਿਉਂਕਿ ਜੇ ਡਿਸਪਲੇਸਮੈਂਟ ਪੋਜ਼ਿਟਿਵ ਹੋਊਗਾ ਤਾਂ ਵੈਲੋਸਿਟੀ ਵੀ ਪੋਜ਼ਿਟਿਵ, ਜੇ ਡਿਸਪਲੇਸਮੈਂਟ ਜ਼ੀਰੋ ਹੋਊਗੀ ਤਾਂ ਵੈਲੋਸਿਟੀ ਵੀ ਜ਼ੀਰੋ, ਜੇ ਡਿਸਪਲੇਸਮੈਂਟ ਨੈਗੇਟਿਵ ਹੋਊਗੀ ਤਾਂ ਵੈਲੋਸਿਟੀ ਵੀ ਨੈਗੇਟਿਵ ਹੀ ਹੋਏਗੀ। ਓਕੇ, ਤਾਂ ਡਾਇਰੈਕਸ਼ਨ ਆਫ ਵੈਲੋਸਿਟੀ ਕਿਹੜੀ ਹੁੰਦੀ ਹੈ, ਇਜ਼ ਅਲੋਂਗ ਦੀ ਡਾਇਰੈਕਸ਼ਨ ਆਫ ਡਿਸਪਲੇਸਮੈਂਟ। ਜੇ ਮੈਂ ਕਹਾਂ ਵੈਲੋਸਿਟੀ ਦੀ ਡਾਇਰੈਕਸ਼ਨ ਕੀ ਹੈ, ਉਸੇ ਡਾਇਰੈਕਸ਼ਨ ਦੇ ਵਿੱਚ ਹੋਗੀ ਜਿਸ ਡਾਇਰੈਕਸ਼ਨ ਦੇ ਵਿੱਚ ਡਿਸਪਲੇਸਮੈਂਟ ਹੋ ਰਹੀ ਹੈ। ਤਾਂ ਮਤਲਬ ਜੇ ਆਪਾਂ ਕਹੀਏ ਲੈਫਟ ਟੂ ਰਾਈਟ ਇਸ ਡਾਇਰੈਕਸ਼ਨ ਦੇ ਵਿੱਚ ਡਿਸਪਲੇਸਮੈਂਟ ਹੈ, ਤਾਂ ਵੈਲੋਸਿਟੀ ਵੀ ਆਪਣੀ ਇਸ ਡਾਇਰੈਕਸ਼ਨ ਦੇ ਵਿੱਚ ਹੀ ਹੋਗੀ, ਲੈਫਟ ਟੂ ਰਾਈਟ ਹੀ ਹੋਏਗੀ। ਓਕੇ, ਤਾਂ ਬਹੁਤ ਈਜ਼ੀ ਹੈਗਾ ਸਭ ਕੁਝ, ਆਪਣੇ ਨੋਟਸ ਬਣਾਉਂਦੇ ਰਹੋ, ਬਹੁਤ ਈਜ਼ੀਲੀ ਡੈਫੀਨੇਸ਼ਨਸ ਨੇ, ਬਹੁਤ ਕਲੀਅਰ ਕੱਟ ਡੈਫੀਨੇਸ਼ਨ ਹੈ, ਇਕੱਲਾ ਇਕੱਲਾ ਵਰਡ ਮੈਂ ਆਪ ਬੋਲ ਕੇ ਸਮਝਾ ਰਿਹਾ ਡੀਅਰ। ਤਾਂ ਬਸ ਇੰਨੀ ਕੀ ਰਿਕੁਐਸਟ ਹੁੰਦੀ ਹੈ, ਤਾਂ ਜੇਕਰ ਚੈਨਲ ਤੇ ਨਵੇਂ ਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਗੇ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਰਿਹਾ ਕਰੋ ਵੀ, ਤਾਂ ਜੋ ਵੱਧ ਤੋਂ ਵੱਧ ਪੰਜਾਬ ਦੇ ਸਟੂਡੈਂਟਸ ਲਵੇ ਵੀਡੀਓਜ਼ ਆਪਣੇ ਆਪ ਪਹੁੰਚ ਸਕਣ। ਓਕੇ, ਨੈਕਸਟ। ਹਾਂਜੀ, ਹੁਣ ਆਪਾਂ ਯੂਨੀਫਾਰਮ ਵੈਲੋਸਿਟੀ ਦੀ ਗੱਲ ਕਰੀਏ। ਯੂਨੀਫਾਰਮ ਵੈਲੋਸਿਟੀ ਕੀ ਹੈ? A body is said to have a uniform velocity if it undergoes equal displacement in equal interval of time। ਜੇਕਰ equal displacements equal interval time ਦੇ ਵਿੱਚ ਕਵਰ ਹੋ ਰਿਹਾ ਹੈ ਤਾਂ ਉਸ ਨੂੰ ਆਪਾਂ ਕੀ ਕਹਾਂਗੇ, ਯੂਨੀਫਾਰਮ ਵੈਲੋਸਿਟੀ ਕਹਾਂਗੇ। ਤਾਂ ਹੁਣ ਆਪਾਂ ਗੱਲ ਕੀ ਕਰੀਏ, ਤੁਹਾਨੂੰ ਪਤਾ ਹੀ ਹੈ ਸਿੰਸ ਡਿਸਪਲੇਸਮੈਂਟ ਇਜ਼ ਵੈਕਟਰ, ਤਾਂ ਆਪਾਂ ਨੂੰ ਪਤਾ ਵੀ ਡਿਸਪਲੇਸਮੈਂਟ ਇੱਕ ਵੈਕਟਰ ਹੈਗਾ, ਉਹ ਪੂਰੀ ਡਾਇਰੈਕਸ਼ਨ ਨਾਲ ਚੱਲਦੀ ਹੈਗੀ ਹੈ। ਤਾਂ ਇਕੁਅਲ ਡਿਸਪਲੇਸਮੈਂਟ ਇੰਪਲਾਈਜ਼ ਦੀ ਬੋਡੀ ਇਜ਼ ਮੂਵਿੰਗ ਅਲੋਂਗ ਆ ਸਟ੍ਰੇਟ ਲਾਈਨ। ਇਕੁਅਲ ਡਿਸਪਲੇਸਮੈਂਟ ਦਾ ਮਤਲਬ ਕੀ ਹੈ, ਬੇਸਿਕਲੀ ਇਸ ਦਾ ਮਤਲਬ ਹੁੰਦਾ ਹੈ ਵੀ ਬੋਡੀ ਇਜ਼ ਮੂਵਿੰਗ ਅਲੋਂਗ ਦੀ ਸਟ੍ਰੇਟ ਲਾਈਨ। ਕਿਉਂਕਿ ਜੇ ਤੁਸੀਂ ਧਿਆਨ ਨਾਲ ਡਿਸਪਲੇਸਮੈਂਟ ਦੀ ਗੱਲ ਕਰੋ, ਮੰਨ ਕੇ ਚਲੋ ਏ ਪੁਆਇੰਟ ਤੇ ਇੱਕ ਪਰਸਨ ਚੱਲਿਆ ਤਾਂ ਬੀ ਤੇ ਪਹੁੰਚ ਗਿਆ, ਠੀਕ ਹੈ, ਤਾਂ 5 ਮੀਟਰ ਕਵਰ ਕਰ ਗਿਆ, ਇਹ ਡਿਸਪਲੇਸਮੈਂਟ ਹੈ। ਮੰਨ ਕੇ ਚਲੋ ਸੀ ਤੇ ਪਹੁੰਚ ਗਿਆ ਤਾਂ ਇਹ ਵੀ 5 ਮੀਟਰ ਹੋ ਗਿਆ, ਠੀਕ ਹੈ ਨਾ, ਤਾਂ ਇਹ 5 ਮੀਟਰ ਹੋ ਗਿਆ। ਬਟ ਜੇਕਰ ਪਰਸਨ ਇਸ ਪੁਆਇੰਟ ਤੇ ਆ ਗਿਆ, ਵਾਪਸ ਬੀ ਤੋਂ ਇਸ ਪੁਆਇੰਟ ਤੇ ਆ ਗਿਆ, ਤਾਂ ਜਿਹੜਾ ਆਹ ਵਾਲਾ ਡਿਸਟੈਂਸ ਇਸ ਨੂੰ ਕੀ ਕਹਾਂਗੇ, ਡਿਸਪਲੇਸਮੈਂਟ ਕਹਾਂਗੇ। ਤਾਂ ਦੈਟਸ ਵਾਈ ਕਹਿ ਰਹੇ ਹਾਂ ਤੇ ਜਿਹੜੀ ਇਹਨੇ ਕਿਹਾ ਵੀ ਆਪਣੀ ਇਕੁਅਲ ਡਿਸਪਲੇਸਮੈਂਟ ਹੈ, ਇਸ ਟਰਮ ਦੇ ਵਿੱਚ ਜਿਹੜਾ ਪਰਸਨ ਹੈ ਬਿਲਕੁਲ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰਦਾ ਹੈ, ਏ ਤੋਂ ਸੀ ਮੂਵ ਕਰੂਗਾ, ਠੀਕ ਹੈ। ਤਾਂ ਸਟ੍ਰੇਟ ਲਾਈਨ ਵਿੱਚ ਮੂਵ ਕਰਦਾ ਹੈ। ਦਸ ਆ ਬੋਡੀ ਮੂਵਿੰਗ ਵਿਦ ਯੂਨੀਫਾਰਮ ਵੈਲੋਸਿਟੀ, ਜੇ ਤੁਹਾਨੂੰ ਕਹੇ ਇੱਕ ਬੋਡੀ ਯੂਨੀਫਾਰਮ ਵੈਲੋਸਿਟੀ ਨਾਲ ਮੂਵ ਕਰ ਰਹੀ ਹੈ ਤਾਂ ਇਸ ਦਾ ਮਤਲਬ ਉਹਦਾ ਮੋਸ਼ਨ ਕੀ ਹੈ, ਅਲੋਂਗ ਆ ਸਟ੍ਰੇਟ ਲਾਈਨ, ਤਾਂ ਉਹ ਬਿਲਕੁਲ ਸਟ੍ਰੇਟ ਲਾਈਨ ਦੇ ਵਿੱਚ ਬੋਡੀ ਚੱਲ ਰਹੀ ਹੈ। ਓਕੇ, ਤਾਂ ਇਸ ਤਰੀਕੇ ਨਾਲ ਬੋਡੀ ਸਟ੍ਰੇਟ ਲਾਈਨ ਵਿੱਚ ਚੱਲਦੀ ਰਹੇਗੀ, ਬਿਲਕੁਲ ਓਕੇ। ਤਾਂ ਬਹੁਤ ਈਜ਼ੀ ਟੂ ਅੰਡਰਸਟੈਂਡੇਬਲ ਹੈਗਾ, ਤਾਂ ਬਹੁਤ ਅੱਛੀ ਲੈਂਗੁਏਜ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਠੀਕ ਹੈ। ਨੈਕਸਟ, ਨੋਨ ਯੂਨੀਫਾਰਮ ਵੈਲੋਸਿਟੀ ਕੀ ਹੈਗੀ ਹੈ? ਕਹਿੰਦਾ ਇਫ ਐਨ ਆਬਜੈਕਟ ਅੰਡਰਗੋਜ਼ ਅਨਇਕੁਅਲ ਡਿਸਪਲੇਸਮੈਂਟ ਇਨ ਇਕੁਅਲ ਇੰਟਰਵੈਲਸ ਆਫ ਟਾਈਮ। ਜੇਕਰ ਅਨਇਕੁਅਲ ਡਿਸਪਲੇਸਮੈਂਟਸ ਕਵਰ ਹੋ ਰਹੀਆਂ ਨੇ ਇਕੁਅਲ ਇੰਟਰਵੈਲ ਆਫ ਟਾਈਮ ਦੇ ਵਿੱਚ, ਤਾਂ ਇਸ ਨੂੰ ਆਪਾਂ ਕੀ ਬੋਲਾਂਗੇ, ਨੋਨ ਯੂਨੀਫਾਰਮ ਵੈਲੋਸਿਟੀ ਬੋਲਾਂਗੇ। ਓਕੇ, ਤਾਂ ਡੈਫੀਨੇਸ਼ਨਸ ਨੇ, ਐਗਜ਼ਾਮ ਦੇ ਵਿੱਚ ਡੈਫੀਨੇਸ਼ਨ ਸਿੱਧੀ ਆ ਜਾਂਦੀ ਹੁੰਦੀ ਹੈ, ਤਾਂ ਲਿਟਲ ਬਿਟ ਤੁਹਾਨੂੰ ਪਤਾ ਹੋਣਾ ਚਾਹੀਦਾ। ਓਬਵੀਅਸ ਗੱਲ ਹੈ, ਡੈਫੀਨੇਸ਼ਨ ਪੜ੍ਹ ਕੇ ਵੀ ਆਪਾਂ ਨੂੰ ਸਮਝ ਆ ਜਾਂਦਾ ਵੀ ਜੇ ਆਪਾਂ ਅਨਇਕੁਅਲ ਡਿਸਪਲੇਸਮੈਂਟਸ ਕਵਰ ਹੋ ਰਹੀਆਂ ਨੇ, ਅਨਇਕੁਅਲ ਡਿਸਪਲੇਸਮੈਂਟਸ ਇਨ ਇਕੁਅਲ ਇੰਟਰਵੈਲ ਆਫ ਟਾਈਮ, ਤਾਂ ਇਹ ਕੀ ਆਪਣੀ ਯੂਨੀਫਾਰਮ ਵੈਲੋਸਿਟੀ ਹੀ ਹੈ। ਓਕੇ, ਨੈਕਸਟ। ਹਾਂਜੀ, ਬਹੁਤ ਹੀ ਫੇਮਸ ਐਕਸਲਰੇਸ਼ਨ ਆ ਗਿਆ। ਐਕਸਲਰੇਸ਼ਨ, ਤਾਂ ਐਕਸਲਰੇਸ਼ਨ ਕੀ ਹੁੰਦਾ, ਇਟ ਇਜ਼ ਡਿਫਾਈਨਡ ਐਜ਼ ਰੇਟ ਆਫ ਚੇਂਜ ਆਫ ਵੈਲੋਸਿਟੀ। ਤਾਂ ਬੇਸਿਕਲੀ ਕਿਹਾ ਚੇਂਜ ਇਨ ਵੈਲੋਸਿਟੀ ਨੂੰ ਆਪਾਂ ਕੀ ਬੋਲਦੇ ਨੇ, ਵਿਦ ਰਿਸਪੈਕਟ ਟੂ ਟਾਈਮ ਕੀ ਬੋਲਦੇ ਆਪਾਂ, ਐਕਸਲਰੇਸ਼ਨ ਬੋਲਦੇ ਆ। ਤਾਂ ਐਕਸਲਰੇਸ਼ਨ ਕਿਹਾ ਚੇਂਜ ਇਨ ਵੈਲੋਸਿਟੀ ਅਪੋਨ ਟਾਈਮ। ਤਾਂ v ਮਾਈਨਸ u ਅਪੋਨ t, ਤਾਂ ਉਰੇ v ਕੀ ਹੁੰਦੀ ਆ, ਫਾਈਨਲ ਵੈਲੋਸਿਟੀ ਹੁੰਦੀ ਹੈ, v ਫਾਈਨਲ ਵੈਲੋਸਿਟੀ, u ਆਪਣੀ ਇਨੀਸ਼ੀਅਲ ਵੈਲੋਸਿਟੀ ਹੁੰਦੀ ਹੈ ਤੇ t ਆਪਣਾ ਕੀ ਹੁੰਦਾ, ਟਾਈਮ ਹੁੰਦਾ। ਓਕੇ, ਤਾਂ v ਮਾਈਨਸ u ਅਪੋਨ t। ਓਕੇ, ਤਾਂ ਇਹ ਕੀ ਬੇਸਿਕਲੀ ਐਕਸਲਰੇਸ਼ਨ ਦਾ ਇੱਕ ਫਾਰਮੂਲਾ ਹੈਗਾ। ਤਾਂ ਚੇਂਜ ਇਨ ਵੈਲੋਸਿਟੀ, ਤਾਂ ਉਹਦੇ ਵੈਲੋਸਿਟੀ ਚੇਂਜ ਕਰਾਂਗੇ ਤਾਂ ਹੀ ਐਕਸਲਰੇਸ਼ਨ ਆਊਗੀ ਨਾ। ਤਾਂ ਐਕਸਲਰੇਸ਼ਨ ਕੀ ਹੈ, ਇਹ ਵੀ ਇੱਕ ਵੈਕਟਰ ਕੁਆਂਟੀਟੀ ਹੈ, ਕਿਉਂਕਿ ਇਹ ਵੈਲੋਸਿਟੀ ਨਾਲ ਹੈਗੀ ਹੈ, ਇੱਕ ਪਾਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਹੈਗੀ ਹੈ। ਓਕੇ, ਤਾਂ ਨੈਕਸਟ ਹੈਗਾ SI ਯੂਨਿਟ ਕੀ ਹੈਗੇ ਨੇ ਐਕਸਲਰੇਸ਼ਨ ਦੇ। ਤਾਂ ਵੈਲੋਸਿਟੀ ਆਪਣੀ ਮੀਟਰ ਪਰ ਸੈਕਿੰਡ ਹੁੰਦੀ ਹੈ, ਨੀਚੇ ਫੇਰ 1 ਸੈਕਿੰਡ ਲੱਗ ਗਿਆ ਹੈ ਨਾ, ਤਾਂ ਇਹ ਮੀਟਰ ਪਰ ਸੈਕਿੰਡ ਸਕੇਅਰ ਹੋ ਜਾਂਦੀ ਹੈ। ਤਾਂ ਮੀਟਰ ਪਰ ਸੈਕਿੰਡ ਸਕੇਅਰ ਇਸ ਦੀ SI ਯੂਨਿਟ ਹੈ। ਜੇ ਕੋਈ CGS ਪੁੱਛੇ ਤਾਂ ਉਹ ਸੈਂਟੀਮੀਟਰ ਪਰ ਸੈਕਿੰਡ ਸਕੇਅਰ ਹੋ ਜਾਂਦੀ ਹੈ। ਓਕੇ,
डायरैक्शन किहड़ी होगी एक्सलरेशन दी अलोंग दी डायरैक्शन इन विच दी फोर्स कॉजिंग दी एक्सलरेशन। तो एक्सलरेशन की डायरैक्शन जिवें आपने कहना वेलोसिटी की डायरैक्शन किहड़ी होगी जिस दे अपनी डिसप्लेसमेंट जिस डायरैक्शन च डिसप्लेसमेंट होगी उसी डायरैक्शन दे विच वेलोसिटी होगी। तो हुण एक्सलरेशन कहता किहड़ी डायरैक्शन दे विच हुंदा जिस डायरैक्शन दे विच फोर्स लगदी है जिहड़ी फोर्स कंपैल कर रही है वेलोसिटी नूं चेंज करन दे लई तो उसी डायरैक्शन दे विच एक्सलरेशन लगदी है। तो बहुत ईजी हैगा सब कुछ। तो ध्यान नाल बिल्कुल स्लो मोड ते सुनते रहो हर एक गल नूं, ठीक है ना। जेकर गल कई बार नहीं समझ आती होंदी तो दुबारा तो वीडियो नूं देख लिया करो जरूर, ठीक है ना, भी तां जो आपां हर एक गल एक चंगी तरीके नाल समझ सकीए। तो टाइप्स की ने एक्सलरेशन दी ध्यान नाल देखो टाइप्स ऑफ एक्सलरेशन। तो एक पॉजिटिव एक्सलरेशन हुंदी है इफ द वेलोसिटी ऑफ एन ऑब्जेक्ट इंक्रीजेस विद द टाइम। जेकर वेलोसिटी इंक्रीज करी जा रही है टाइम दे नाल तो उसनूं आपां की बोलांगे पॉजिटिव एक्सलरेशन बोलांगे। जीरो एक्सलरेशन इफ द वेलोसिटी ऑफ एन ऑब्जेक्ट इज यूनीफॉर्म, मतलब जे वेलोसिटी नहीं बदलूगी जे आपां यू दी वैल्यू कहिए यू दी वैल्यू अपनी 20 ते स्टार्ट की है तो चलता गया आफ्टर सम टाइम देखा तो भी फाइनल वैल्यू भी कितनी है 20 दी ही है। तो मतलब वेलोसिटी चेंज ही नहीं हो रही तो 20 माइनस 20 की हो जाएगा 0 हो जाएगा। तो टाइम जिन्ना मर्जी हो नीचे उपरले पासे 0 आ गया तो 0 पॉइंट समथिंग तो 0 ही आऊगा। तो जीरो एक्सलरेशन का मतलब इफ द वेलोसिटी ऑफ एन ऑब्जेक्ट इज यूनीफॉर्म, जो वेलोसिटी यूनीफॉर्म है तो एक्सलरेशन क्या होगी 0 होगी। तो नैगेटिव एक्सलरेशन की होंगी है नैगेटिव एक्सलरेशन इफ द वेलोसिटी ऑफ एन ऑब्जेक्ट डिक्रीजेस विद द टाइम। जेकर वेलोसिटी डिक्रीज कर रही है तो ऑब्वियस गल है v माइनस यू अपॉन टी होंदा है। तो जे u अपना 50 ते सीगा ते v अपना 20 रह गया तो ऑब्वियस गल है वैल्यू किहदे विच आऊगी नैगेटिव। तो माइनस 30 बटा टाइम जिन्ना भी होया तो वैल्यू हमेशा नैगेटिव दे विच आऊगी। इसनूं आपां की बोल दिंदे आ नैगेटिव एक्सलरेशन बोल दिंदे आ। तो बहुत ईजी डेफिनेशन है, थोड़ी एग्जाम्पल लैके समझ लिया करो। ओके नैक्सट यूनीफॉर्म एक्सलरेशन आपां किसनूं बोलदे आ कहना इफ द बॉडी चेंजिज इट्स वेलोसिटी बाय द इक्वल मेजर इन इक्वल इंटरवल्स ऑफ टाइम द बॉडी इज सैट टू मूव इन यूनीफॉर्म एक्सलरेशन। तो मतलब जेकर बॉडी एक पर्टिकुलर वेलोसिटी नाल इंक्रीज हो रही है एक पर्टिकुलर टाइम इंटरवल दे विच तो उसनूं की बोलांगे आपां यूनीफॉर्म एक्सलरेशन ही बोलांगे। फॉर एग्जाम्पल जे आपां गल करिए मन के चलो भी एक परसन ए तो बी पॉइंट जा रहे हैं, ठीक है, u 0 सीगी इस पॉइंट ते पहुंचिया परसन तो उरे 10 की स्पीड होगी, ठीक है, फिर 10 तो बाद b की स्पीड होगी उस परसन की, ठीक है। जे तुसी a तो b नूं मन के चलो 10 सैकेंड्स लग्या तो इसकी एक्सलरेशन कितनी सीगी तो 0 तो 10 करांगे तो 10 बटा 10 1 दी आ गई। उस तो बाद आपां 20 माइनस b तो c करांगे 20 माइनस 10 अपॉन 10 ये भी 10 सैकेंड च कवर होया तो ये भी क्या आ जाऊगा 10 अपॉन 10 कितना आ जाऊगा 1 ही आ जाऊगा। तो मतलब एक्सलरेशन क्या यूनीफॉर्म हैगी है जेकर ध्यान नाल देखो इफ द बॉडी चेंजिज इट्स वेलोसिटी बाय द इक्वल मेजर, बिल्कुल इक्वल मेजर जो वेलोसिटी चेंज हो रही है इन द इक्वल इंटरवल ऑफ टाइम द बॉडी इज सेट टू मूव इन यूनीफॉर्म एक्सलरेशन, ठीक है। उस तो बाद कुछ इक्वेशनस ने यूनीफॉर्म एक्सलरेटेड रेक्टिलिनियर मोशन दे तुसी कई बार जो 9 10th की इक्वेशन कितनियां होनियां तो हुण तां आपां एक्सप्लेन तो पूरा नहीं करांगे क्योंकि एग्जाम तो वध तो वध इक्वेशनस ही पुछदा भी ये वाले इक्वेशनस हैगे ने किहड़ा राइट अपना इक्वेशन हैगी किहड़ी रॉन्ग इक्वेशन हैगी है। तो v इज इक्वल टू u प्लस at तो v तुहानूं पता फाइनल अपनी वेलोसिटी हुंदी है u अपनी इनीशियल वेलोसिटी हुंदी है a अपनी एक्सलरेशन हुंदा है t अपना टाइम हुंदा है। इस तरीके नाल आया a इज इक्वल टू v माइनस u अपॉन t तो टी इधरले पासे चला गया लैफ्ट हैंड साइड ते तो at इज इक्वल टू v माइनस u तो u माइनस इधरले पासे आ गया था u प्लस at इज इक्वल टू v रह गया था v इज इक्वल टू u प्लस at हो गया, ठीक है। तो बहुत ही फेमस बहुत बार एग्जाम चाहता विच ऑफ द फॉलोइंग इज करैक्ट इक्वेशन ऑफ मोशन। तो उस तो बाद एक एस नाल डील करता है एस इज इक्वल टू ut प्लस हाफ at स्केयर। तो तुहानूं पता टाइम एक्सलरेशन एस उरे क्या आंदा डिसप्लेसमेंट आ जाती है एस भी कितना डिस्टेंस कवर किया हैगा तो एस की है अपना ut प्लस हाफ at स्केयर। ओके तो एक रिलेशन है v स्केयर इज इक्वल टू u स्केयर प्लस 2as के रिलेशन है। मैथमेटिक्स लैवल पर तो यह क्वेश्चन आता नहीं है क्योंकि 10th 9th तो फिर भी आ जाते हैं बट अपने जो एग्जाम कंपीटिटिव के होंगे ने उस दे विच नहीं आएंगे, बस यही आएंगे भी किहड़ी इक्वेशन का बिल्कुल सही हैगी है। तो बस तुसीं अपना ध्यान नाल इक्वेशन याद कर लैनियां ने भी एस इज इक्वल टू ut प्लस हाफ at स्केयर हुंदा है v स्केयर इज इक्वल टू u स्केयर प्लस 2as हुंदा। इस तरीके नाल तुसीं याद कर सकते हो।
ਉਸ ਦਾ ਇਹਨਾਂ ਦੇ ਬੇਸ ਤੇ ਕੁਐਸਚਨ ਜ਼ਰੂਰ ਆਉਂਦੇ ਨੇ ਜਿਹੜੇ ਇਹ ਹੈਗੇ ਨੇ, ਇਹ ਜਿਹੜੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੁੰਦੇ ਨੇ। ਕਹਿੰਦਾ ਇਫ ਅ ਬੋਡੀ ਇਜ਼ ਡਰੋਪਡ ਫਰੋਮ ਹਾਈਟ h ਦੈਨ ਟਾਈਮ ਰੀਚ ਟੂ ਦੀ ਗਰਾਊਂਡ। ਮੰਨ ਕੇ ਚਲੋ ਇੱਕ ਹਾਈਟ ਹੈ, ਇਸ ਪੁਆਇੰਟ ਤੋਂ ਆਪਾਂ ਨੇ ਕੋਈ ਚੀਜ਼ ਆਪਣੇ ਨੀਚੇ ਵੱਲ ਗੇਰੀ ਹੈ, ਠੀਕ ਹੈ, ਤਾਂ ਕਿੰਨੇ ਟਾਈਮ ਬਾਅਦ ਇਹ ਨੀਚੇ ਗਿਰੇਗੀ, ਤਾਂ ਉਸਦਾ ਟਾਈਮ ਹੈਗਾ t = √2h/g। ਤਾਂ 2h/g ਆ ਜਾਊਗਾ, ਉਰੇ h ਆਪਣੀ ਹਾਈਟ ਹੁੰਦੀ ਹੈ, g ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੁੰਦੀ ਹੈ, ਤੇ g ਦੀ ਵੈਲਿਊ ਦੇਖੋ ਐਗਜ਼ੈਕਟ ਵੈਲਿਊ ਤਾਂ 9.8 ਮੀਟਰ ਪਰ ਸੈਕਿੰਡ ਸਕੁਅਰ ਹੁੰਦੀ ਹੈ, ਠੀਕ ਹੈ ਨਾ। ਬਟ ਜੇ ਅਗਲੇ ਨੇ ਕਿਹਾ ਵੀ ਤੁਸੀਂ g ਦੀ ਵੈਲਿਊ 10 ਲਓ ਤਾਂ ਆਪਾਂ 10 ਨਾਲ ਵੀ ਲੈਟ ਕਰਕੇ ਕੁਐਸਚਨ ਕਰ ਲੈਂਦੇ। ਉਹਨਾਂ ਨੇ ਲਿਖਿਆ ਹੁੰਦਾ ਕੁਐਸਚਨ ਦੇ ਵਿੱਚ ਵੀ ਲੈਟ g = 10, ਠੀਕ ਹੈ ਨਾ। ਇਹ ਵੀ ਲਿਖਿਆ ਵੀ g ਦੀ ਵੈਲਿਊ 9.8 ਦਾ ਮੇਨ ਹੀ ਹੁੰਦੀ ਹੈ, ਤਾਂ ਜੇ ਉਹਨੇ g = 10 ਕਿਹਾ ਤਾਂ ਤੁਸੀਂ 10 ਦੇ ਨਾਲ ਆਨਸਰ ਕਰ ਸਕਦੇ ਹੋ, ਠੀਕ ਹੈ। ਇੱਕ ਤਾਂ ਇਹ ਹੁੰਦਾ, ਤੇ ਉਸ ਤੋਂ ਬਾਅਦ ਇਫ ਦੀ ਬੋਡੀ ਇਜ਼ ਥਰੋਨ ਅਪਵਰਡ ਵਿਦ ਵੈਲੋਸਿਟੀ u। ਜੇ ਆਪਾਂ ਬੋਡੀ ਕਿਸੇ ਵੀ ਆਬਜੈਕਟ ਨੂੰ ਉੱਪਰ ਵੱਲ ਨੂੰ ਮਾਰਦੇ ਹਾਂ ਇੱਕ ਵੈਲੋਸਿਟੀ u ਦੇ ਨਾਲ, ਓਕੇ, ਦੈਨ ਟਾਈਮ ਇਨ ਵਿਚ ਇਟ ਰੀਚਿਸ ਦਾ ਮੈਕਸਿਮਮ ਹਾਈਟ। ਜਿਵੇਂ ਆਪਾਂ ਨੇ ਬॉल ਇੱਕ ਹਾਈਟ ਤੇ ਰੱਖੀ, ਇਸ ਪੁਆਇੰਟ ਤੇ ਪਹੁੰਚਣ ਦੇ ਲਈ ਕਿੰਨਾ ਟਾਈਮ ਲੱਗਿਆ, ਠੀਕ ਹੈ, ਤਾਂ ਇਸ ਨੂੰ ਕੀ ਬੋਲਦਾ ਆਪਾਂ ਟਾਈਮ ਆਫ ਡਿਸੈਂਟ ਬੋਲਦੇ ਆ। ਤਾਂ t = u/g, ਸਿੰਪਲ ਫਾਰਮੂਲਾ t = u/g ਹੁੰਦਾ। u ਆਪਣੀ ਵੈਲੋਸਿਟੀ, ਕਿੰਨੀ ਵੈਲੋਸਿਟੀ ਦਾ ਆਪਾਂ ਨੇ ਬॉल ਉੱਪਰ ਨੂੰ ਮਾਰਿਆ, g ਆਪਣੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਓਕੇ। ਨੈਕਸਟ, ਇਫ ਆ ਬੋਡੀ ਇਜ਼ ਥਰੋਨ ਅਪਵਰਡ ਵਿਦ ਵੈਲੋਸਿਟੀ u ਦੈਨ ਮੈਕਸਿਮਮ ਹਾਈਟ। ਤਾਂ ਓਬਵੀਅਸ ਗੱਲ ਹੈ ਮੈਕਸਿਮਮ ਹਾਈਟ ਦਾ ਕੁਐਸਚਨ ਵੀ ਆਦਾ ਵੀ ਕਿੰਨੀ ਕੁ ਹਾਈਟ ਉੱਪਰ ਚਲੀ ਜਾਊਗੀ ਬॉल ਜੇ ਆਪਾਂ ਇੱਕ ਸਪੀਡ ਦੇ ਉੱਤੇ ਅਪਵਰਡ ਨੂੰ ਬॉल ਮਾਰਦੇ ਹਾਂ, ਤਾਂ h = u²/2g। ਤਾਂ ਬਸ ਇਹਨਾਂ ਫਾਰਮੂਲਾ ਨੂੰ ਬਾਰ-ਬਾਰ ਯਾਦ ਕਰਨਾ ਹੁੰਦਾ ਹੈਗਾ, ਓਕੇ। ਤਾਂ ਇਹਨਾਂ ਨੂੰ ਆਪਣੀ ਕਾਪੀਜ਼ ਨੋਟਬੁੱਕ ਦੇ ਫਸਟ ਪੇਜ ਤੇ ਲਿਖ ਲਿਆ ਕਰੋ ਵੀ ਤਾਂ ਜੋ ਆਪਾਂ ਰਿਵਾਈਜ਼ ਕਰਦੇ ਰਹੇ ਹਰ ਟਾਈਮ ਦੇ ਉੱਤੇ ਵੀ ਇਹ ਆਪਣੇ ਯੂਜ਼ ਹੋਣਗੇ। ਇਸ ਦੇ ਬੇਸ ਤੇ ਕੁਐਸਚਨ ਐਗਜ਼ਾਮ ਦੇ ਵਿੱਚ ਜ਼ਰੂਰ ਆ ਜਾਂਦਾ ਹੁੰਦਾ, ਠੀਕ ਹੈ। ਮੈਂ ਨੂਮੈਰੀਕਲ ਕੁਛ ਐਡ ਕੀਤੇ ਨੇ ਇਸ ਦੇ ਵਿਦ ਰਿਸਪੈਕਟ। A body falls from a height of 45 meter from the ground. Find the time taken by the body to reach the ground. ਉਸਨੇ ਕਿਹਾ ਇੱਕ ਬੋਡੀ ਫਾਲ ਕਰ ਰਿਹਾ ਹਾਈਟ ਤੋਂ 45 ਮੀਟਰ ਤੋਂ, ਤਾਂ ਉਹ ਕਿੰਨੇ ਸਮੇਂ ਬਾਅਦ ਨੀਚੇ ਗਰਾਊਂਡ ਤੇ ਪਹੁੰਚ ਜਾਏਗੀ। ਜੀ ਉਹਨੇ ਸਪੈਸ਼ਲ ਕਹਤਾ ਵੀ 10 ਮੀਟਰ ਪਰ ਸੈਕਿੰਡ ਸਕੁਅਰ ਦਾ ਯੂਜ਼ ਕਰ ਲਿਓ, ਠੀਕ ਹੈ। ਤਾਂ ਆਪਾਂ ਨੂੰ ਪਤਾ ਫਾਰਮੂਲਾ t = √2h/g ਹੁੰਦਾ, ਓਕੇ। ਤਾਂ t = √2h/g ਆਪਾਂ ਵੈਲਿਊ ਸਬਸਟੀਟਿਊਟ ਕਰਾਂਗੇ, ਤਾਂ 2 ਹਾਈਟ ਦੀ ਵੈਲਿਊ ਕਿੰਨਾ 45 ਤੇ g ਦੀ ਵੈਲਿਊ ਹੈਗਾ 10, ਤਾਂ 2 ਨਾਲ ਆਪਾਂ ਨੇ ਕੱਟ ਕਰਤਾ 10 5 ਆ ਗਿਆ, ਤੇ ਉਸ ਦਾ 5 ਨਾਲ 45 ਕੈਂਸਲ ਕਰਤਾ 9 ਆ ਗਿਆ, ਠੀਕ ਹੈ। ਤਾਂ t = √9 ਬਚ ਗਿਆ ਆਪਣੇ ਲਵੇ। √9 ਦੀ ਵੈਲਿਊ ਕਿੰਨੀ ਹੁੰਦੀ ਹੈ 3 ਸੈਕਿੰਡਸ। ਤਾਂ ਜਸਟ 3 ਸੈਕਿੰਡਸ ਲੱਗਣਗੇ। ਇਹ ਕੁਐਸਚਨ ਬਹੁਤ ਹੀ ਫੇਮਸ ਹੈਗਾ, ਬਹੁਤ ਵਾਰ ਕੁਐਸਚਨ ਐਗਜ਼ਾਮ 'ਚ ਰਿਪੀਟ ਤੇ ਆਇਆ ਹੋਇਆ ਹੈਗਾ ਵੀ ਇੱਕ ਪਾਰਟੀਕੂਲਰ ਹਾਈਟ ਤੋਂ ਆਪਾਂ ਨੇ ਆਬਜੈਕਟ ਸਿੱਟਿਆ ਤਾਂ ਕਿੰਨੇ ਸੈਕਿੰਡ ਬਾਅਦ ਆਏਗਾ। ਤਾਂ t = √2h/g ਇਸ ਦਾ ਫਾਰਮੂਲਾ ਹੈਗਾ, ਠੀਕ ਹੈ। ਨੈਕਸਟ, ਬੋਡੀ ਡਰੋਪਡ ਫਰੋਮ ਦੀ ਟੋਪ ਆਫ ਆ ਕਲਿਫ, ਮਤਲਬ ਕੋਈ ਟਾਵਰ ਲਾ ਲਓ ਤੁਸੀਂ, ਰੀਚਿਸ ਦੀ ਗਰਾਊਂਡ ਇਨ 5 ਸੈਕਿੰਡਸ, ਫਾਈਂਡ ਦੀ ਹਾਈਟ ਆਫ ਕਲਿਫ। ਇਸ ਦੇ ਉਲਟ ਪਾਸੇ ਇਸ ਦਾ ਹਾਈਟ ਪੁੱਛ ਲਈ, ਤਾਂ ਆਪਾਂ ਨੂੰ ਤਾਂ ਪਤਾ ਫਾਰਮੂਲਾ ਕੀ ਹੈ t = 2h/g। ਉਰੇ ਦੇਖੋ g ਸਪੈਸ਼ਲ ਕਹਿੰਦਾ 9.8, ਜੇ ਨਾ ਕਵੇ ਤਾਂ 9.8 ਹੀ ਲੈਟ ਕਰਨਾ ਹੁੰਦਾ, ਠੀਕ ਹੈ। ਤਾਂ 5 = ਟਾਈਮ 5 ਸੈਕਿੰਡ, ਆਪਾਂ ਨੇ t 5 ਫੁੱਟ ਕਰ ਲਿਆ ਵੀ 2h/9.8 ਨਾਲ 2 ਨਾਲ ਕੈਂਸਲ ਕਰਤਾ ਤਾਂ 4.9 ਆ ਗਿਆ, ਠੀਕ ਹੈ। ਤਾਂ 2 ਕੈਂਸਲ ਹੋ ਗਿਆ ਤਾਂ 4.9 ਆ ਗਿਆ। ਤਾਂ ਰੂਟ ਇੱਧਰਲੇ ਪਾਸੇ ਲੈਫਟ ਹੈਂਡ ਸਾਈਡ ਜਦੋਂ ਜਾਏਗਾ ਤਾਂ ਇਸ ਦਾ ਸਕੁਅਰ ਬਣ ਜਾਏਗਾ, ਤਾਂ 25 ਆ ਜਾਏਗਾ। ਤਾਂ 25 = h/4.9। ਤਾਂ 4.9 ਜਦੋਂ ਇੱਧਰ ਲੈਫਟ ਹੈਂਡ ਸਾਈਡ ਜਾਏਗਾ ਤਾਂ 25 × 4.9 122.5 ਆ ਜਾਏਗਾ। ਤਾਂ ਹਾਈਟ ਦੀ ਵੈਲਿਊ 122.5 ਆ ਰਹੀ ਹੈ, ਬਿਲਕੁਲ ਓਕੇ। ਤਾਂ ਹੋਪ ਕਰ ਤੁਹਾਨੂੰ ਇਹ ਵਾਲਾ ਕੁਐਸਚਨ ਵੀ ਸਮਝ ਆ ਗਿਆ ਹੋਏਗਾ। ਨੈਕਸਟ, a stone is vertically projected up with a velocity of 25 meter per second. Find its time of descent. ਤਾਂ time of descent ਦਾ ਫਾਰਮੂਲਾ ਤੁਹਾਨੂੰ ਪਤਾ ਸਿੰਪਲ t = u/g ਆਪਣਾ ਲਿਖਿਆ ਹੋਇਆ ਹੈਗਾ। ਤਾਂ 25 ਦੀ u ਹੈਗਾ ਤਾਂ upon g ਦੀ ਵੈਲਿਊ ਨੇ 10 ਕਿਹਾ ਹੈਗਾ, ਤਾਂ 2.5 ਸੈਕਿੰਡਸ ਹੈਗਾ। ਤਾਂ ਹੋਪ ਕਰਦਾ ਤੁਹਾਨੂੰ ਸੈਸ਼ਨ ਬਹੁਤ ਚੰਗਾ ਲੱਗਿਆ ਹੋਊਗਾ। ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ। ਤਾਂ ਅੱਜ ਦਾ ਸੈਸ਼ਨ ਆਪਣਾ ਉਰੇ ਕੰਪਲੀਟ ਹੋ ਗਿਆ। ਥੈਂਕ ਯੂ एवरीवन for watching my video.